कोरोना ਦੇ ਵਿੱਚ ਆਲਮੋਸਟ ਸਾਰੀ ਦੁਨੀਆ ਘਰ ਬੈਠੀ ਹੋਈ ਸੀਗੀ ਤੇ ਫਾਈਨੈਂਸ਼ੀਅਲੀ ਪ੍ਰੋਬਲਮ ਸੀਗੀ ਤੇ ਇਸ ਕਰਕੇ ਮੈਂ ਉਹਨਾਂ ਦਿਨਾਂ ਦੇ ਵਿੱਚ ਜੌਬ ਸਰਚ ਕੀਤੀਆਂ, ਜੌਬ ਨਹੀਂ ਮਿਲੀ ਕੋਈ ਤੇ ਫਿਰ ਮੈਨੂੰ ਇੱਦਾਂ ਹੀ ਕਿਸੇ ਨੇ ਕਿਹਾ ਕਿ ਮੈਮ ਮੈਂ ਜੁਆਇਨ ਕੀਤਾ ਹੋਇਆ ਜ਼ੋਮੈਟੋ ਦੇ ਵਿੱਚ ਤੇ ਤੁਸੀਂ ਕਰਨਾ ਚਾਹੋਗੇ ਤੇ ਅਸੀਂ ਵੈਸੇ ਮਜ਼ਾਕ 'ਚ ਮੈਂ ਕਿਹਾ ਕੋਈ ਨਹੀਂ ਆਈਡੀ ਬਣਾ ਲੈਂਦੇ ਆ ਤੇ ਪਿਛਲੇ ਸਾਲ ਮੈਂ ਆਈਡੀ ਬਣਾ ਲਈ ਤੇ ਉਸ ਤੋਂ ਬਾਅਦ ਨੈਕਸਟ ਡੇ ਹੀ ਮੇਰੀ ਆਈਡੀ ਐਕਟੀਵੇਟ ਹੋ ਗਈ ਤੇ ਮੈਂ ਇੱਕ ਦੋ ਆਰਡਰ ਉਸ ਲੜਕੇ ਦੇ ਨਾਲ ਲਾਏ ਕਿ ਮੈਨੂੰ ਪਤਾ ਲੱਗੇ ਆਰਡਰ ਚੱਕਣਾ ਕਿੱਦਾਂ, ਆਰਡਰ ਆਉਂਦਾ ਕਿੱਦਾਂ ਆ, ਆਰਡਰ ਡਿਲੀਵਰ ਕਿੱਦਾਂ ਮਾਰਨਾ, ਕਿਉਂਕਿ ਇਹ ਚੀਜ਼ਾਂ ਦੇਖਣ ਨੂੰ ਤਾਂ ਸੌਖੀਆਂ ਲੱਗਦੀਆਂ ਹੁੰਦੀਆਂ ਆ, ਜਦੋਂ ਆਪਾਂ ਕਰਦੇ ਆ ਤਾਂ ਫਿਰ ਪਤਾ ਲੱਗਦਾ ਆ। ਤੇ ਫਿਰ ਮੈਂ ਹੌਲੀ ਸਿੱਖਿਆ ਤੇ ਹੁਣ ਮੈਂ ਬਿਲਕੁਲ ਇੰਡੀਪੈਂਡੈਂਟ ਹੀ ਕਰਦੀ ਪਈ ਆ। ਕਸਟਮਰ ਤੁਹਾਡੇ ਨਾਲ ਕੋਆਪਰੇਟ ਕਰਦੇ ਨੇ? ਕਈ ਕਰ ਲੈਂਦੇ, ਕਈ ਨਹੀਂ ਵੀ ਕਰਦੇ। ਕਈ ਥੋੜਾ ਜਿਹਾ ਬਦਤਮੀਜ਼ੀ ਨਾਲ ਇੱਕ ਕਸਟਮਰ ਨੇ ਮੈਨੂੰ ਗਾਲ ਕੱਢ ਦਿੱਤੀ ਕਿ ਤੂੰ ਦੇਣਾ ਜਾਂ ਨਹੀਂ ਦੇਣਾ। ਮੈਂ ਕਾਲ ਕੱਟ ਦਿੱਤੀ, ਮੈਂ ਕਿਹਾ ਕੋਈ ਗੱਲ ਨਹੀਂ, ਅਗਰ ਤੁਸੀਂ ਨਹੀਂ ਲੈਣਾ ਹੈਗਾ ਕੋਈ ਚੱਕਰ ਨਹੀਂ। ਫਿਰ ਮੈਂ ਕੰਪਨੀ ਨੂੰ ਉਹਦੀ ਸ਼ਿਕਾਇਤ ਕੀਤੀ ਤੇ ਕੰਪਨੀ ਨੇ ਉਸੇ ਟਾਈਮ ਹੀ ਉਹਦਾ ਆਰਡਰ ਕੈਂਸਲ ਕਰ ਦਿੱਤਾ। ਅੱਛਾ ਜੀ। ਹਾਂ, ਕਿਉਂਕਿ ਰਾਈਡਰ ਆ, ਇਨਸਾਨ ਆ, ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜਿੱਦਾਂ ਮਰਜ਼ੀ ਬਦਤਮੀਜ਼ੀ ਨਾਲ ਬੋਲੋ। ਜ਼ੋਮੈਟੋ ਦਾ ਕੰਮ ਦੀ ਸ਼ੁਰੂਆਤ ਕਰਨੀ ਤੇ ਪਰਿਵਾਰ ਦਾ ਕੀ ਰਿਐਕਸ਼ਨ ਸੀ? ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਸੀਗਾ, ਮੇਰੇ ਘਰਦਿਆਂ ਨੂੰ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਕਿ ਜ਼ੋਮੈਟੋ ਵੀ ਕੋਈ ਚੀਜ਼ ਹੁੰਦੀ ਹੈ ਜਾਂ ਕੋਈ ਡਿਲੀਵਰੀ ਹੁੰਦੀ ਹੈ। ਉਹ ਮੇਰੇ ਥਰੂ ਤਾਂ ਉਹਨਾਂ ਨੂੰ ਪਤਾ ਲੱਗਾ। ਹੁਣ ਉਹ ਵੀ ਕਈ ਵਾਰੀ ਘਰ ਮੰਗਵਾਉਂਦੇ ਆ, ਫਿਰ ਉਹਨਾਂ ਨੂੰ ਪਤਾ ਲੱਗਦਾ, ਫਿਰ ਸਪੈਸ਼ਲ ਕਹਿੰਦੇ ਆ ਜਾਂ ਮੈਂ ਉਹਨਾਂ ਨੂੰ ਫੋਨ ਕਰਕੇ ਕਹਿੰਦੀ ਹਾਂ ਕਿ ਜਿਹੜਾ ਵੀ ਬੰਦਾ ਤੁਹਾਨੂੰ ਡਿਲੀਵਰੀ ਕਰਨ ਆਏਗਾ, ਇੱਕ ਤਾਂ ਤੁਸੀਂ ਉਹਨੂੰ ਪਾਣੀ ਜ਼ਰੂਰ ਪੁੱਛਣਾ ਹੋਏਗਾ, ਤੁਸੀਂ ਉਹਨੂੰ ਟਿਪ ਜ਼ਰੂਰ ਦੇਣੀ ਹੈ। ਕਿਉਂਕਿ ਜਦੋਂ ਕਈ ਵਾਰੀ ਇੱਦਾਂ ਹੁੰਦਾ ਬਹੁਤ ਜ਼ਿਆਦਾ ਗਰਮੀ ਹੈ, ਸਾਨੂੰ ਪਾਣੀ ਕਿਤੇ ਨਹੀਂ ਮਿਲਦਾ, ਆਪਾਂ ਨੂੰ ਕੋਈ 2 ਘੁੱਟ ਪਾਣੀ ਦਾ ਠੰਡੇ ਦੇ ਪਿਲਾ ਦਿੰਦਾ ਤਾਂ ਵਧੀਆ ਲੱਗਦਾ ਆ, ਕਿਉਂਕਿ ਕੰਮ ਕਰਦੇ ਪਏ ਬਾਹਰ। ਤੇ ਜਦੋਂ ਟਿਪ ਮਿਲਦੀ ਹੈ ਫਿਰ ਹੋਰ ਵੀ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਬੰਦਾ ਸਾਡੀ ਮਤਲਬ ਸਾਨੂੰ ਵਧੀਆ ਲੱਗਦਾ ਨਾ, ਟਰੀਟ ਵਧੀਆ ਲੱਗਦਾ ਵੀ ਤਾਂ ਟਰੀਟ ਕਰ ਰਿਹਾ, ਵਧੀਆ ਲੱਗਦਾ ਸਾਨੂੰ। ਪੈਸਿਆਂ ਦੀ ਪ੍ਰੋਬਲਮ ਸੀ, ਘਰ ਮੈਂ ਰੈਂਟ ਤੇ ਰਹਿ ਰਹੀ ਹਾਂ, ਰੈਂਟ ਦੇਣਾ ਸੀਗਾ ਤੇ ਇਹਨਾਂ ਕਰਕੇ ਇਹ ਚੀਜ਼ਾਂ ਨੂੰ ਦੇਖਦੇ ਹੋਏ ਫਿਰ ਮੈਂ ਇਹ ਕਿੱਤੇ ਨੂੰ ਅਪਣਾਇਆ, ਕਿਉਂਕਿ ਮੈਨੂੰ ਇਹ ਫਾਈਨੈਂਸ਼ੀਅਲੀ ਜਿਹੜੀ ਮੈਂ ਸਟਰੋਂਗ ਬਣ ਗਈ ਹਾਂ ਇਸ ਕੰਮ ਦੇ ਵਿੱਚ ਆਣ ਕੇ ਨਾ। ਹੁਣ ਮੈਨੂੰ ਕਿਸੇ ਤੋਂ ਮੰਗਣਾ ਨਹੀਂ ਪੈਂਦਾ, ਮੈਨੂੰ ਕਿਸੇ ਨੂੰ ਕਹਿਣਾ ਨਹੀਂ ਪੈਂਦਾ ਕਿ ਮੇਰਾ ਰੈਂਟ ਦੇ ਦਿਓ ਜਾਂ ਮੇਰੇ ਬੇਟੇ ਦੀ ਫੀਸ ਦੇ ਦਿਓ ਜਾਂ ਕੁਝ ਵੀ ਆ। ਜਿੱਦਾਂ ਵੀ ਤੁਹਾਨੂੰ ਪਤਾ ਘਰ ਦੇ ਹਾਲਾਤ ਹੁੰਦੇ ਕਈ ਵਾਰੀ, ਆਪਾਂ ਕੰਮ ਕਰਦੇ ਪੈਸੇ ਕਮਾਉਣ ਲਈ, ਠੀਕ ਹੈ ਨਾ, ਆਪਾਂ ਪ੍ਰਾਇੋਰਟੀ ਦਿੰਦੇ ਪੈਸੇ ਨੂੰ। ਹੁਣ ਕਸਟਮਰ ਆ ਬਦਤਮੀਜ਼ੀ ਬੋਲ ਦਿੰਦੇ ਆ, ਕਈ ਉੱਪਰੋਂ ਖੜੇ ਕਹਿ ਦਿੰਦੇ ਇੱਦਾਂ ਬਾਲਟੀ ਲਟਕਾਤੀ ਮੈਡਮ ਵਿੱਚ ਪਾ ਦਿਓ, ਸਾਨੂੰ ਬੜਾ ਅਜੀਬ ਲੱਗਦਾ, ਤੁਸੀਂ ਖਾਣਾ ਤੁਸੀਂ ਬਾਹਰ ਆਓ, ਤੁਸੀਂ ਲੈ ਲਓ। ਚਲੋ ਕਈਆਂ ਦੀ ਪ੍ਰੋਬਲਮ ਹੁੰਦੀ, ਕਈਆਂ ਦੀ ਫਿਜ਼ੀਕਲ ਇੱਦਾਂ ਦਾ ਨਹੀਂ ਹੁੰਦਾ ਕਿ ਉਹ ਨਹੀਂ ਆ ਸਕਦੇ ਪੌੜੀ ਤੋਂ ਉਤਰ ਕੇ ਜਾਂ ਕੁਛ ਆ, ਤੇ ਬਾਕੀ ਆਪਣੀ ਮਨ ਦੀ ਇੱਛਾ ਆ, ਕੋਈ ਕਿੱਦਾਂ ਬੋਲਦਾ ਕੋਈ ਕਿੱਦਾਂ ਬੋਲਦਾ, ਆਪਾਂ ਕਿਸੇ ਨੂੰ ਸਮਝਾ ਥੋੜਾ ਸਕਦੇ ਹਾਂ। ਪਹਿਲਾਂ ਤੁਸੀਂ ਕੀ ਕੰਮ ਕਰਦੇ ਸੀ? ਪਹਿਲਾਂ ਮੈਂ ਵੈਬ ਡਿਜ਼ਾਈਨਰ ਸੀਗੀ। ਅੱਛਾ, ਵੈਬ ਡਿਜ਼ਾਈਨਰ ਤੋਂ ਇੱਕਦਮ ਵੱਖਰੀ ਫੀਲਡ। ਸਾਰੇ ਬੜੇ ਹੈਰਾਨ ਹੁੰਦੇ ਕਿ ਮੈਂ ਇੱਕ ਵੈਬ ਡਿਜ਼ਾਈਨਰ ਆ, ਪਰ ਮੈਂ ਹੁਣ ਬਿਲਕੁਲ ਉਲਟ ਫੀਲਡ ਦੇ ਵਿੱਚ ਚਲੀ ਗਈ ਹੋਈ ਹਾਂ। ਪਹਿਲਾਂ ਮੈਂ ਬੈਠ ਕੇ ਏਸੀ ਦੇ ਨੀਚੇ ਵੈਬਸਾਈਟ ਬਣਾਉਂਦੀ ਸੀ, ਡਿਜ਼ਾਈਨਿੰਗ ਕਰਦੀ ਸੀ, ਸਾਰੀਆਂ ਚੀਜ਼ਾਂ ਫਲਾਇਰ ਵਗੈਰਾ ਬਣਾਉਂਦੀ ਸੀ, ਤੇ ਹੁਣ ਮੈਂ ਔਨ ਰੋਡ, ਕਦੀ ਬਾਰਿਸ਼ ਆ ਰਹੀ ਹੈ, ਕਦੀ ਧੁੱਪ ਪੈ ਰਹੀ ਹੈ, ਤੇ ਹੁਣ ਮੈਂ ਡਿਲੀਵਰੀ ਕਰ ਰਹੀ ਹਾਂ। ਮੈਂ ਇਹ ਸੋਚਦੀ ਨਹੀਂ ਕਿ ਮੈਂ ਇੱਦਾਂ ਦਾ ਕੀ ਮਾੜਾ ਕਰਮ ਕੀਤਾ ਸੀ ਜੋ ਮੈਨੂੰ ਇਹਨੇ ਧੱਕੇ ਖਾਣੇ ਪੈ ਰਹੇ ਆ, ਪਰ ਸੋਚਦੀ ਹਾਂ ਕਈ ਵਾਰੀ ਆਪਣੇ ਤੋਂ ਬੁਰੇ ਹਾਲਾਤਾਂ ਵਾਲੇ ਇਨਸਾਨਾਂ ਨੂੰ ਦੇਖਦੀ ਹਾਂ ਨਾ, ਫਿਰ ਸੋਚਦੀ ਨਹੀਂ ਯਾਰ ਇੱਕ ਟਾਈਮ ਤਾਂ ਰੋਟੀ ਤਾਂ ਅਸੀਂ ਅੱਛੀ ਖਾ ਰਹੇ ਹਾਂ ਨਾ। ਕਈ ਲੋਕ ਇੱਦਾਂ ਦੇ ਹੈਗੇ ਜਿਨ੍ਹਾਂ ਨੂੰ ਰੋਟੀ ਵੀ ਨਹੀਂ ਮਿਲਦੀ ਹੈਗੀ, ਭੁੱਖੇ ਸੌਂਦੇ ਆ ਰੋਡ ਦੇ ਉੱਤੇ, ਘਰ ਵੀ ਨਹੀਂ ਹੈਗਾ। ਮੈਂ ਰੈਂਟ ਤੇ ਰਹਿ ਰਹੀ ਹਾਂ, ਭਾਵਾਂ ਮੇਰੇ ਕੋਲ ਛੱਤ ਤਾਂ ਹੈਗੀ ਆ ਨਾ, ਮੇਰੇ ਕੋਲ ਆਪਣਾ ਘਰ ਹੈਗਾ, ਚਲੋ ਠੀਕ ਆ, ਭਾਵਾਂ ਰੈਂਟ ਤੇ ਆ, ਖਾ ਰਹੇ ਆ, ਪੀ ਰਹੇ ਆ, ਜੇ ਕੋਈ ਚੀਜ਼ ਦਿਲ ਕਰਦਾ ਲੈ ਲਈਦੀ ਆ, ਸੋਚੀਦਾ ਨਹੀਂ ਆ। ਹਰ ਖੇਤਰ ਦੇ ਵਿੱਚ ਔਰਤਾਂ ਨੇ ਮੱਲਾਂ ਮਾਰੀਆਂ ਹੋਈਆਂ ਨੇ, ਹਰ ਖੇਤਰ ਦੇ ਵਿੱਚ ਔਰਤਾਂ ਤੁਹਾਨੂੰ ਕੰਮ ਕਰਦੀਆਂ ਨਜ਼ਰ ਆਉਣਗੀਆਂ, ਪਰ ਅਜਿਹੇ ਵੀ ਬਹੁਤ ਸਾਰੇ ਕੀਤੇ ਹਨ ਜਿੱਥੇ ਲੜਕੀਆਂ ਦੀ ਗਿਣਤੀ ਬਹੁਤ ਘੱਟ ਪਾਈ ਜਾਂਦੀ ਹੈ ਜਾਂ ਨਾ ਮਾਤਰ ਹੁੰਦੀ ਹੈ। ਪਰ ਜ਼ੋਮੈਟੋ ਦਾ ਖੇਤਰ ਜਿਸ ਵਿੱਚ ਅਕਸਰ ਹੀ ਜਦੋਂ ਅਸੀਂ ਆਰਡਰ ਕਰਦੇ ਹਾਂ ਤਾਂ ਡਿਲੀਵਰੀ ਬॉय ਆਉਂਦੇ ਨੇ, ਪਰ ਅੱਜ ਅਸੀਂ ਤੁਹਾਨੂੰ ਡਿਲੀਵਰੀ ਵੂਮਨ ਦੇ ਨਾਲ ਮਿਲਵਾਵਾਂਗੇ। ਸਾਡੇ ਨਾਲ ਮੈਮ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਪਹਿਲਾਂ ਤਾਂ ਤੁਹਾਡਾ ਸਵਾਗਤ ਹੈ। ਥੈਂਕ ਯੂ ਮੈਮ ਜੀ ਮੈਮ, ਬਹੁਤ ਸਾਰੇ ਕੀਤੇ ਨੇ ਜਿੱਥੇ ਲੜਕੀਆਂ ਆਰਾਮਦਾਇਕ ਬੈਠ ਕੇ ਜੌਬ ਕਰ ਸਕਦੀਆਂ ਨੇ, ਪਰ ਜ਼ੋਮੈਟੋ ਦਾ ਇੱਕ ਅਜਿਹਾ ਕੀਤਾ ਹੈ ਜਿੱਥੇ ਤੁਸੀਂ ਮਤਲਬ ਜੌਬ ਕਰ ਰਹੇ ਹੋ। ਕਿਉਂ ਅਪਣਾਇਆ ਤੁਸੀਂ ਇਹ ਖੇਤਰ? ਕਿਉਂਕਿ ਜਦੋਂ ਮੈਂ ਇਹ ਜੌਬ ਕੀਤੀ ਉਦੋਂ ਕਰੋਨਾ ਦਾ ਟਾਈਮ ਚੱਲ ਰਿਹਾ ਸੀਗਾ, ਤੇ ਕਰੋਨਾ ਦੇ ਵਿੱਚ ਆਲਮੋਸਟ ਸਾਰੀ ਦੁਨੀਆ ਘਰ ਬੈਠੀ ਹੋਈ ਸੀਗੀ ਤੇ ਫਾਈਨੈਂਸ਼ੀਅਲੀ ਪ੍ਰੋਬਲਮ ਸੀਗੀ, ਤੇ ਇਸ ਕਰਕੇ ਮੈਂ ਉਹਨਾਂ ਦਿਨਾਂ ਦੇ ਵਿੱਚ ਜੌਬ ਸਰਚ ਕੀਤੀਆਂ, ਜੌਬ ਨਹੀਂ ਮਿਲੀ ਕੋਈ, ਤੇ ਫਿਰ ਮੈਨੂੰ ਇੱਦਾਂ ਹੀ ਕਿਸੇ ਨੇ ਕਿਹਾ ਕਿ ਮੈਮ ਮੈਂ ਜੁਆਇਨ ਕੀਤਾ ਹੋਇਆ ਜ਼ੋਮੈਟੋ ਦੇ ਵਿੱਚ ਤੇ ਤੁਸੀਂ ਕਰਨਾ ਚਾਹੋਗੇ, ਤੇ ਅਸੀਂ ਵੈਸੇ ਮਜ਼ਾਕ 'ਚ ਮੈਂ ਕਿਹਾ ਕੋਈ ਨਹੀਂ ਆਈਡੀ ਬਣਾ ਲੈਂਦੇ ਆ, ਤੇ ਪਿਛਲੇ ਸਾਲ ਮੈਂ ਆਈਡੀ ਬਣਾ ਲਈ ਤੇ ਉਸ ਤੋਂ ਬਾਅਦ ਨੈਕਸਟ ਡੇ ਹੀ ਮੇਰੀ ਆਈਡੀ ਐਕਟੀਵੇਟ ਹੋ ਗਈ ਤੇ ਮੈਂ ਇੱਕ ਦੋ ਆਰਡਰ ਉਸ ਲੜਕੇ ਦੇ ਨਾਲ ਲਾਏ ਕਿ ਮੈਨੂੰ ਪਤਾ ਲੱਗੇ ਆਰਡਰ ਚੱਕਣਾ ਕਿੱਦਾਂ, ਆਰਡਰ ਆਉਂਦਾ ਕਿੱਦਾਂ ਆ, ਆਰਡਰ ਡਿਲੀਵਰ ਕਿੱਦਾਂ ਮਾਰਨਾ, ਕਿਉਂਕਿ ਇਹ ਚੀਜ਼ਾਂ ਦੇਖਣ ਨੂੰ ਤਾਂ ਸੌਖੀਆਂ ਲੱਗਦੀਆਂ ਹੁੰਦੀਆਂ ਆ, ਜਦੋਂ ਆਪਾਂ ਕਰਦੇ ਆ ਤਾਂ ਫਿਰ ਪਤਾ ਲੱਗਦਾ ਆ। ਤੇ ਫਿਰ ਮੈਂ ਹੌਲੀ ਸਿੱਖਿਆ ਤੇ ਹੁਣ ਮੈਂ ਬਿਲਕੁਲ ਇੰਡੀਪੈਂਡੈਂਟ ਹੀ ਕਰਦੀ ਪਈ ਹਾਂ। ਹੁਣ ਮੈਨੂੰ ਲੋਡ ਨਹੀਂ ਹੁੰਦੀ। ਹਾਂ, ਕਈ ਵਾਰੀ ਪ੍ਰੋਬਲਮ ਆਉਂਦੀ ਆ ਤੇ ਜਿਹੜੇ ਨਾਲ ਲੜਕੇ ਕੰਮ ਕਰਦੇ ਆਪਾਂ ਉਹਨਾਂ ਦੇ ਨਾਲ ਕਰ ਲਈਦਾ ਆ। ਤੇ ਜਦੋਂ ਸ਼ੁਰੂਆਤ ਕੀਤੀ ਸੀ ਉਸ ਸਮੇਂ ਕੀ ਔਕੜਾਂ ਆਈਆਂ ਸੀ? ਔਕੜਾਂ ਇੱਦਾਂ ਸੀਗੀਆਂ, ਸਭ ਤੋਂ ਪਹਿਲਾਂ ਤਾਂ ਸਾਨੂੰ ਰੈਸਟੋਰੈਂਟ ਨਹੀਂ ਮਿਲਦੇ ਹੁੰਦੇ ਸੀਗੇ,
ਔਰ ਉਸ ਤੋਂ ਬਾਅਦ ਜਿਹੜੇ ਆ ਕਸਟਮਰ ਦਾ ਘਰ ਆ ਸਾਨੂੰ ਇੱਥੇ ਇੰਡੀਆ 'ਚ ਇਹ ਬੜੀ ਪ੍ਰੋਬਲਮ ਆਉਂਦੀ ਆ ਮਤਲਬ ਲੋਕੇਸ਼ਨ ਕਿਤੇ ਹੁੰਦੀ ਆ ਤੇ ਬੰਦਾ ਕਿਤੇ ਬੈਠਾ ਹੁੰਦਾ ਆ ਕਈ ਵਾਰੀ ਜਿੱਦਾਂ ਹੁਣ ਬਾਹਰ ਕੋਈ ਬੰਦਾ ਬੈਠਾ ਉਹਨੇ ਕਿਸੇ ਨੂੰ ਕੇਕ ਭੇਜਣਾ ਜਾਂ ਆਪਣੇ ਪੇਰੈਂਟਸ ਲਈ ਕੋਈ ਖਾਣਾ ਭੇਜਣਾ ਆ ਤੇ ਉਹ ਸਿਰਫ ਐਡਰੈਸ ਮੈਂਸ਼ਨ ਕਰ ਦਿੰਦਾ ਆ ਐਡਰੈਸ ਕਿਤੇ ਹੁੰਦਾ ਆ ਗਲੀਆਂ ਕਿਤੇ ਤੁਹਾਨੂੰ ਪਤਾ ਛੋਟੀਆਂ ਗਲੀਆਂ ਦੀ ਸਾਨੂੰ ਇਹ ਬੜੀ ਪ੍ਰੋਬਲਮ ਆਉਂਦੀ ਆ ਤੇ ਘਰ ਲੱਭਣੇ ਬੜੇ ਔਖੇ ਹੋ ਜਾਂਦੇ ਜਦੋਂ ਅਸੀਂ ਛੋਟੀਆਂ ਗਲੀਆਂ ਛੋਟੇ ਬਾਜ਼ਾਰਾਂ ਦੇ ਵਿੱਚ ਜਾਂਦੇ ਆ ਨਾ ਤੇ ਉੱਥੇ ਸਾਨੂੰ ਬੜੀ ਪ੍ਰੋਬਲਮ ਆਉਂਦੀ ਆ ਕਿਉਂਕਿ ਗਲੀ ਇੰਨੀ ਛੋਟੀ ਹੁੰਦੀ ਕਈ ਵਾਰੀ ਐਕਟਿਵਾ ਵੀ ਨਹੀਂ ਨਿਕਲਦੀ ਹੈਗੀ ਤੇ ਕਈ ਵਾਰੀ ਅਸੀਂ ਆਪਣੀ ਐਕਟਿਵਾ ਖੜੀ ਕਰਕੇ ਤੇ ਤੁਰ ਕੇ ਜਾਈਦਾ ਆਰਡਰ ਦੇਣ ਵਾਸਤੇ ਜੀ ਤੇ ਜਦੋਂ ਤੁਹਾਨੂੰ ਜਗ੍ਹਾ ਨਹੀਂ ਲੱਭਦੀ ਫਿਰ ਕਸਟਮਰ ਤੁਹਾਡੇ ਨਾਲ ਕੋਆਪਰੇਟ ਕਰਦੇ ਨੇ ਕਈ ਕਰ ਲੈਂਦੇ ਕਈ ਨਹੀਂ ਵੀ ਕਰਦੇ ਕਈ ਥੋੜਾ ਜਿਹਾ ਬਦਤਮੀਜ਼ੀ ਨਾਲ ਇੱਕ ਕਸਟਮਰ ਨੇ ਮੈਨੂੰ ਗਾਲ ਕੱਢ ਦਿੱਤੀ ਕਿ ਤੂੰ ਦੇਣਾ ਜਾਂ ਨਹੀਂ ਦੇਣਾ ਮੈਂ ਕਾਲ ਕੱਟ ਦਿੱਤੀ ਮੈਂ ਕਿਹਾ ਕੋਈ ਗੱਲ ਨਹੀਂ ਅਗਰ ਤੁਸੀਂ ਨਹੀਂ ਲੈਣਾ ਹੈਗਾ ਕੋਈ ਚੱਕਰ ਨਹੀਂ ਫਿਰ ਮੈਂ ਕੰਪਨੀ ਨੂੰ ਉਹਦੀ ਸ਼ਿਕਾਇਤ ਕੀਤੀ ਤੇ ਕੰਪਨੀ ਨੇ ਉਸੇ ਟਾਈਮ ਹੀ ਉਹਦਾ ਆਰਡਰ ਕੈਨਸਲ ਕਰ ਦਿੱਤਾ ਅੱਛਾ ਜੀ ਹਾਂ ਕਿਉਂਕਿ ਰਾਈਡਰ ਆ ਇਨਸਾਨ ਆ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜਿੱਦਾਂ ਮਰਜ਼ੀ ਬਦਤਮੀਜ਼ੀ ਨਾਲ ਬੋਲੋ ਅਸੀਂ ਕਾਰਪੋਰੇਟ ਕਰਦੇ ਪਏ ਅਸੀਂ ਇੰਨੀ ਗਰਮੀ 'ਚ ਠੰਡ ਹੈ ਹੁਣ ਬਾਰਿਸ਼ ਹੋਣੀ ਸ਼ੁਰੂ ਹੋ ਜਾਣੀ ਆ ਆਰਡਰ ਅਸੀਂ ਲੇਟ ਨਹੀਂ ਕਰੀਦਾ ਹੈਗਾ ਆਰਡਰ ਅਸੀਂ ਜਿਹੜਾ ਆ ਔਨ ਦਾ ਟਾਈਮ ਹੀ ਪਹੁੰਚਾਈਦਾ ਕਿ ਸਾਨੂੰ ਕਾਹਲੀ ਹੁੰਦੀ ਆ ਜਿਹਨੇ ਕੀਤਾ ਹੁੰਦਾ ਉਹਨੂੰ ਕਾਹਲੀ ਹੁੰਦੀ ਖਾਣ ਦੀ ਸਾਨੂੰ ਜ਼ਿਆਦਾ ਕਾਹਲੀ ਹੁੰਦੀ ਕਿ ਅਸੀਂ ਉਹਦੇ ਤੱਕ ਪਹੁੰਚਾਉਣਾ ਆ ਜੀ ਜਦੋਂ ਤੁਸੀਂ ਪਰਿਵਾਰ ਨੂੰ ਦੱਸਿਆ ਸੀ ਤੇ ਆਪਣੇ ਜ਼ੋਮੈਟੋ ਦਾ ਕੰਮ ਦੀ ਸ਼ੁਰੂਆਤ ਕਰਨੀ ਤੇ ਪਰਿਵਾਰ ਦਾ ਕੀ ਰਿਐਕਸ਼ਨ ਸੀ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਸੀਗਾ ਮੇਰੇ ਘਰਦਿਆਂ ਨੂੰ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਕਿ ਜ਼ੋਮੈਟੋ ਵੀ ਕੋਈ ਚੀਜ਼ ਹੁੰਦੀ ਹੈ ਜਾਂ ਕੋਈ ਡਿਲੀਵਰੀ ਹੁੰਦੀ ਹੈ ਉਹ ਮੇਰੇ ਥਰੂ ਤਾਂ ਉਹਨਾਂ ਨੂੰ ਪਤਾ ਲੱਗਾ ਹੁਣ ਉਹ ਵੀ ਕਈ ਵਾਰੀ ਘਰ ਮੰਗਵਾਉਂਦੇ ਆ ਫਿਰ ਉਹਨਾਂ ਨੂੰ ਪਤਾ ਲੱਗਦਾ ਫਿਰ ਸਪੈਸ਼ਲ ਕਹਿੰਦੇ ਆ ਜਾਂ ਮੈਂ ਉਹਨਾਂ ਨੂੰ ਫੋਨ ਕਰਕੇ ਕਹਿੰਦੀ ਆ ਕਿ ਜਿਹੜਾ ਵੀ ਬੰਦਾ ਤੁਹਾਨੂੰ ਡਿਲੀਵਰੀ ਕਰਨ ਆਏਗਾ ਇੱਕ ਤਾਂ ਤੁਸੀਂ ਉਹਨੂੰ ਪਾਣੀ ਜ਼ਰੂਰ ਪੁੱਛਣਾ ਇੱਕ ਤੁਸੀਂ ਉਹਨੂੰ ਟਿਪ ਜ਼ਰੂਰ ਦੇਣੀ ਆ ਕਿਉਂਕਿ ਜਦੋਂ ਕਈ ਵਾਰੀ ਇਦਾਂ ਹੁੰਦਾ ਬਹੁਤ ਜ਼ਿਆਦਾ ਗਰਮੀ ਹੈ ਸਾਨੂੰ ਪਾਣੀ ਕਿਤੇ ਨਹੀਂ ਮਿਲਦਾ ਆਪਾਂ ਨੂੰ ਕੋਈ 2 ਘੁੱਟ ਪਾਣੀ ਦਾ ਠੰਡੇ ਦੇ ਪਿਲਾ ਦਿੰਦਾ ਤਾਂ ਵਧੀਆ ਲੱਗਦਾ ਆ ਕਿਉਂਕਿ ਕੰਮ ਕਰਦੇ ਪਏ ਬਾਹਰ ਤੇ ਜਦੋਂ ਟਿਪ ਮਿਲਦੀ ਹੈ ਫਿਰ ਹੋਰ ਵੀ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਬੰਦਾ ਸਾਡੀ ਉਹ ਮਤਲਬ ਸਾਨੂੰ ਵਧੀਆ ਲੱਗਦਾ ਨਾ ਟਰੀਟ ਵਧੀਆ ਲੱਗਦਾ ਵੀ ਤਾਂ ਟਰੀਟ ਕਰ ਰਿਹਾ ਵਧੀਆ ਲੱਗਦਾ ਸਾਨੂੰ ਬਹੁਤ ਸਾਰੇ ਮੈਮ ਜੌਬਸ ਨੇ ਜਿੱਥੇ ਲੜਕੀਆਂ ਬੈਠ ਕੇ ਕੰਮ ਕਰ ਸਕਦੀਆਂ ਆਰਾਮਦਾਇਕ ਤੁਸੀਂ ਇੱਕ ਵੱਖਰਾ ਕੀਤਾ ਕਿਉਂ ਬਣਾਇਆ ਕੀ ਜ਼ਰੂਰਤ ਪਈ ਕੋਈ ਮਜਬੂਰੀ ਸੀ ਹਾਂ ਮਜਬੂਰੀ ਸੀਗੀ ਦੱਸਿਆ ਨਾ ਤੁਹਾਨੂੰ ਜਦੋਂ ਫਾਈਨੈਂਸ਼ੀਅਲੀ ਪ੍ਰੋਬਲਮ ਆਉਂਦੀ ਹੈ ਬੇਟਾ ਮੇਰਾ ਇਨੋਸੈਂਟ 'ਚ ਪੜਦਾ ਉੱਥੇ ਦੇ ਫੀਸ ਸਟਰਕਚਰ ਹੀ ਬਹੁਤ ਜ਼ਿਆਦਾ ਆ ਤੇ ਪੈਸਿਆਂ ਦੀ ਪ੍ਰੋਬਲਮ ਸੀ ਘਰ ਮੈਂ ਰੈਂਟ ਤੇ ਰਹਿ ਰਹੀ ਹਾਂ ਰੈਂਟ ਦੇਣਾ ਸੀਗਾ ਤੇ ਇਹਨਾਂ ਕਰਕੇ ਇਹ ਚੀਜ਼ਾਂ ਨੂੰ ਦੇਖਦੇ ਹੋਏ ਫਿਰ ਮੈਂ ਇਹ ਕਿੱਤੇ ਨੂੰ ਅਪਣਾਇਆ ਕਿਉਂਕਿ ਮੈਨੂੰ ਇਹ ਫਾਈਨੈਂਸ਼ੀਅਲੀ ਜਿਹੜੀ ਮੈਂ ਸਟਰੋਂਗ ਬਣ ਗਈ ਹਾਂ ਇਸ ਕੰਮ ਦੇ ਵਿੱਚ ਆਣ ਕੇ ਨਾ ਹੁਣ ਮੈਨੂੰ ਕਿਸੇ ਤੋਂ ਮੰਗਣਾ ਨਹੀਂ ਪੈਂਦਾ ਮੈਨੂੰ ਕਿਸੇ ਨੂੰ ਕਹਿਣਾ ਨਹੀਂ ਪੈਂਦਾ ਕਿ ਮੇਰਾ ਰੈਂਟ ਦੇ ਦਿਓ ਜਾਂ ਮੇਰੇ ਬੇਟੇ ਦੀ ਫੀਸ ਦੇ ਦਿਓ ਜਾਂ ਕੁਝ ਵੀ ਆ ਜਿੱਦਾਂ ਵੀ ਤੁਹਾਨੂੰ ਪਤਾ ਘਰ ਦੇ ਹਾਲਾਤ ਹੁੰਦੇ ਕਈ ਵਾਰੀ ਜੀ ਤੇ ਪਰਿਵਾਰ ਦੇ ਵਿੱਚ ਕੌਣ ਹੈ ਮੇਰੇ ਪਰਿਵਾਰ ਦੇ ਵਿੱਚ ਮੈਂ ਤੇ ਮੇਰਾ ਬੇਟਾ ਹੀ ਆ ਬਸ 2 ਜਣੇ ਹੀ ਅਸੀਂ ਅੱਛਾ 2 ਜਣੇ ਹਾਂ ਤੇ ਜ਼ੋਮੈਟੋ ਵਿੱਚ ਕਿੰਨਾ ਸਮਾਂ ਹੋ ਗਿਆ ਮੈਨੂੰ ਸਾਲ ਤੋਂ ਉੱਪਰ ਹੋ ਗਿਆ ਪਿਛਲੇ ਸਾਲ 17 ਜਨਵਰੀ ਦੀ ਮੈਂ ਕੰਮ ਕਰਦੀ ਹਾਂ ਤੇ ਹੁਣ ਤੱਕ ਮੈਂ ਕੰਟੀਨਿਊਸਲੀ ਕੰਮ ਕੀਤਾ ਮਤਲਬ ਮੈਂ ਬ੍ਰੇਕ ਨਹੀਂ ਕਦੀ ਲਈ ਹਾਂ ਇਹ ਹੈ ਕਿ ਮਹੀਨੇ 'ਚ ਕਈ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਤਬੀਅਤ ਨਹੀਂ ਠੀਕ ਜਾਂ ਕੋਈ ਫੰਕਸ਼ਨ ਆ ਗਿਆ ਤਾਂ ਛੁੱਟੀ ਕਰ ਲਈਦੀ ਉਹਦੇ ਵਿੱਚ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਛੁੱਟੀ ਕਰਨ 'ਚ ਕੋਈ ਪ੍ਰੋਬਲਮ ਨਹੀਂ ਤੁਸੀਂ ਕੰਮ ਕਰਨਾ ਤਾਂ ਵੀ ਠੀਕ ਹੈ ਨਹੀਂ ਕਰਨਾ ਤੁਸੀਂ ਆਈਡੀ ਬੰਦ ਕਰ ਦਿਓ ਮਤਲਬ ਸਾਡੇ ਸਿਰ ਤੇ ਕੋਈ ਬੌਸ ਨਹੀਂ ਹੈਗਾ ਸਭ ਤੋਂ ਵਧੀਆ ਜ਼ੋਮੈਟੋ 'ਚ ਇਹ ਚੀਜ਼ ਹੈ ਵੀ ਸਾਨੂੰ ਛੁੱਟੀ ਅਪਰੂਵਲ ਨਹੀਂ ਮੰਗਣੀ ਪੈਂਦੀ ਜਾਂ ਮੇਲਾਂ ਨਹੀਂ ਕਰਨੀਆਂ ਪੈਂਦੀਆਂ ਜਾਂ ਕਿਸੇ ਨੂੰ ਕਹਿਣਾ ਨਹੀਂ ਪੈਂਦਾ ਵੀ ਭਾਈ ਮੈਂ ਹੁਣ ਇੰਨੀ ਤਰੀਕ ਨੂੰ ਕਿਤੇ ਜਾਣਾ ਆ ਤੇ ਮੈਨੂੰ ਉਦੋਂ ਦੀ ਛੁੱਟੀ ਸੈਂਕਸ਼ਨ ਕਰ ਦਿਓ ਇਹ ਚੀਜ਼ ਸਾਡੇ ਲਈ ਨਹੀਂ ਮਤਲਬ ਫ੍ਰੀਲੀ ਆ ਰਹੀ ਜੌਬ ਹੈਗੀ ਆ ਜਦੋਂ ਦਿਲ ਕਰਦਾ ਘਰ ਚਲੇ ਜਾਈਦਾ ਕਈ ਵਾਰੀ ਘਰ ਲੋੜ ਹੁੰਦੀ ਹੈ ਬੇਟਾ ਕਹਿੰਦਾ ਕਿ ਮੰਮਾ ਮੈਂ ਕੋਈ ਸਮਾਨ ਲੈਣਾ ਜਿੱਦਾਂ ਹੁਣ ਉਹਦੇ ਅਸਾਈਨਮੈਂਟ ਵਗੈਰਾ ਤਿਆਰ ਹੋ ਰਹੇ ਆ ਤੇ ਮੈਂ ਉਹਦੇ ਲਈ ਫਿਰ ਘਰ ਚਲੀ ਜਾਂਦੀ ਆ ਜਿੱਦਾਂ ਉਹ ਬਿਮਾਰ ਹੋ ਜਾਂਦਾ ਕਈ ਵਾਰੀ ਹੋ ਹੀ ਜਾਂਦਾ ਬੱਚੇ ਖੇਡਦੇ ਆ ਕੁਛ ਨਾ ਕੁਛ ਹੋ ਜਾਂਦਾ ਤੇ ਫਿਰ ਮੈਂ ਘਰ ਚਲੀ ਜਾਂਦੀ ਆਪਣੀ ਜੌਬ ਛੱਡ ਕੇ ਤੇ ਜਦੋਂ ਮੈਨੂੰ ਲੱਗਦਾ ਕਿ ਹੁਣ ਮੈਂ ਠੀਕ ਆ ਜਾਂ ਕੁਛ ਵੀ ਆ ਤੇ ਫਿਰ ਮੈਂ ਆਪਣੀ ਦੁਬਾਰਾ ਆਈਡੀ ਔਨ ਕਰਦੀ ਤਾਂ ਫਿਰ ਮੈਂ ਦੁਬਾਰਾ ਆਰਡਰ ਲਗਾ ਲੈਂਦੀ ਆ ਤੇ ਜਦੋਂ ਆਰਡਰ ਦੇਣ ਜਾਂਦੇ ਹੋ ਤੇ ਕਸਟਮਰ ਹੈਰਾਨ ਨਹੀਂ ਹੁੰਦੇ ਕਿ ਲੜਕੀ ਹੈ ਕਿਉਂਕਿ ਬਹੁਤ ਸਾਰੇ ਲੜਕੇ ਹੀ ਆਉਂਦੇ ਨੇ ਡਿਲੀਵਰੀ ਦੇਣ ਮੋਸਟਲੀ ਹੈ ਹੀ ਲੜਕੇ ਇੱਥੇ ਪੰਜਾਬ ਦੇ ਵਿੱਚ ਲੜਕੀ ਹੈ ਹੀ ਨਹੀਂ ਹੈ ਕੋਈ ਪਿਛਲੇ ਸਾਲ ਤਾਂ ਇੰਨਾ ਮੈਨੂੰ ਐਪਰੀਸ਼ੀਏਟ ਕਰ ਰਹੇ ਸੀ ਹੁਣ ਤਾਂ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਨਾ ਵੀ ਇਹ ਕੁੜੀ ਹੈਗੀ ਜ਼ੋਮੈਟੋ ਦੇ ਵਿੱਚ ਕਈ ਕਸਟਮਰ ਤਾਂ ਮੈਨੂੰ ਪਛਾਣਦੇ ਆ ਕਈਆਂ ਦਾ ਘਰ ਵੀ ਮੈਨੂੰ ਪਤਾ ਮੈਂ ਸਿੱਧੀ ਡਾਇਰੈਕਟ ਉਹਨਾਂ ਦੇ ਘਰ ਚਲੀ ਜਾਂਦੀ ਆ ਤੇ ਉਹ ਟਿਪ ਵੀ ਪਾ ਦਿੰਦੇ ਆਨਲਾਈਨ ਕਿ ਉਹੀ ਵਾਲੇ ਮੈਡਮ ਆ ਰਹੇ ਆ ਤੇ ਵਧੀਆ ਲੱਗਦੀਆਂ ਚੀਜ਼ਾਂ ਪੰਜਾਬ ਦੇ ਵਿੱਚ ਚਲੋ ਕੁੜੀਆਂ ਨੂੰ ਕੋਈ ਤਾਂ ਸਨਮਾਨ ਦਿੰਦਾ ਹੀ ਹੈ 1 ਸਾਲ ਹੋ ਗਿਆ ਤੁਹਾਨੂੰ ਕਦੀ ਇਦਾਂ ਨਹੀਂ ਲੱਗਿਆ ਕਿ ਕਿਸੇ ਕਸਟਮਰ ਨੇ ਬਦਤਮੀਜ਼ੀ ਕੀਤੀ ਤਾਂ ਦਿਲ ਕੀਤਾ ਹੋਵੇ ਕਿ ਨਹੀਂ ਹੁਣ ਨਹੀਂ ਕਰਨਾ ਦੇਖੋ ਹਰੇਕ ਕੰਮ ਦੇ ਵਿੱਚ ਨਾ ਆਪਾਂ ਨੂੰ ਪ੍ਰੋਬਲਮ ਆਉਂਦੀ ਆ ਕੋਈ ਇਦਾਂ ਦਾ ਕੀਤਾ ਨਹੀਂ ਹੈਗਾ ਮੇਰੇ ਖਿਆਲ ਨਾਲ ਕਿ ਜਿੱਥੇ ਆਪਾਂ ਨੂੰ ਪ੍ਰੋਬਲਮ ਨਹੀਂ ਆਉਂਦੀ ਆਪਾਂ ਕੰਮ ਕਰਦੇ ਪੈਸੇ ਕਮਾਉਣ ਲਈ ਠੀਕ ਹੈ ਨਾ ਆਪਾਂ ਪ੍ਰਾਇੋਰਟੀ ਦਿੰਨੇ ਪੈਸੇ ਨੂੰ ਹੁਣ ਕਸਟਮਰ ਆ ਬਦਤਮੀਜ਼ੀ ਬੋਲ ਦਿੰਦੇ ਆ ਕਈ ਉੱਪਰੋਂ ਖੜੇ ਕਹਿ ਦਿੰਦੇ ਇਦਾਂ ਬਾਲਟੀ ਲਟਕਾਤੀ ਮੈਡਮ ਵਿੱਚ ਪਾ ਦਿਓ ਸਾਨੂੰ ਬੜਾ ਅਜੀਬ ਲੱਗਦਾ ਤੁਸੀਂ ਖਾਣਾ ਤੁਸੀਂ ਬਾਹਰ ਆਓ ਤੁਸੀਂ ਲੈ ਲਓ ਚਲੋ ਕਈਆਂ ਦੀ ਪ੍ਰੋਬਲਮ ਹੁੰਦੀ ਕਈਆਂ ਦੀ ਫਿਜ਼ੀਕਲ ਇਦਾਂ ਦਾ ਨਹੀਂ ਹੁੰਦਾ ਕਿ ਉਹ ਨਹੀਂ ਆ ਸਕਦੇ ਪੌੜੀ ਤੋਂ ਉੱਤਰ ਕੇ ਜਾਂ ਕੁਛ ਤੇ ਬਾਕੀ ਆਪਣੀ ਮਨ ਦੀ ਇੱਛਾ ਆ ਕੋਈ ਕਿੱਦਾਂ ਬੋਲਦਾ ਕੋਈ ਕਿੱਦਾਂ ਬੋਲਦਾ ਆਪਾਂ ਕਿਸੇ ਨੂੰ ਸਮਝਾ ਥੋੜਾ ਸਕਦੇ ਆ
ਤੇ ਕਿੰਨੇ ਟਾਈਮ ਤੱਕ ਤੁਸੀਂ ਕੰਮ ਕਰਦੇ ਹੋ, ਲੇਟ ਨਾਈਟ ਵੀ ਕਰਦੇ ਹੋ? ਨਹੀਂ, ਮੈਂ ਲੇਟ ਨਾਈਟ ਬਹੁਤ ਘੱਟ ਕਰਦੀ ਆ। ਜਦੋਂ ਮੈਨੂੰ ਲੱਗਦਾ ਹਾਂ ਜਿੱਦਾਂ ਮੇਰੀ ਪਿੱਛੇ ਜਿਹੇ ਤਬੀਅਤ ਬਹੁਤ ਖਰਾਬ ਸੀ, ਆ ਦੇਖੋ ਹੁਣ ਵੀ ਮੇਰੇ ਸੱਟਾਂ ਲੱਗੀਆਂ ਹੋਈਆਂ, ਮੇਰਾ ਐਕਸੀਡੈਂਟ ਹੋ ਗਿਆ ਸੀਗਾ, ਤੇ ਫਿਰ ਮੈਨੂੰ ਲੇਟ ਨਾਈਟ ਕੰਮ ਕਰਨਾ ਪੈਂਦਾ। ਜਿੱਦਾਂ ਦਿਨੇ ਥੋੜੀ ਜਿਹੀ ਸ਼ਿਫਟ ਲਗਾ ਲਈ, ਫਿਰ ਦੁਪਹਿਰ ਨੂੰ ਥੋੜਾ ਜਿਹਾ 2 ਘੰਟੇ ਕੰਮ ਕਰ ਲਿਆ, ਜਾਂ ਰਾਤ ਨੂੰ ਜਿੰਨੇ ਮਤਲਬ ਮੈਂ 8 ਘੰਟੇ ਆਪਣੀ ਡਿਊਟੀ ਤੇ ਜੌਬ ਪੂਰੇ ਕਰਨੇ ਹੁੰਦੇ ਤੇ ਆਰਡਰਸ ਪੂਰੇ ਕਰਨੇ ਹੁੰਦੇ। ਜਦੋਂ ਇਹ ਦੋਨੋਂ ਚੀਜ਼ਾਂ ਪੂਰੀਆਂ ਹੁੰਦੀਆਂ ਫਿਰ ਮੈਂ ਆਈਡੀ ਬੰਦ ਕਰ ਦਿੰਦੀ ਆ। ਮੈਂ ਸ਼ਾਮ ਨੂੰ ਕਈ ਵਾਰੀ ਆਪਣੇ ਬੇਟੇ ਨੂੰ ਨਾਲ ਲੈ ਕੇ ਕੰਮ ਕਰਦੀ। ਮੈਂ ਰਾਤੀ ਵੀ ਉਹਦੇ ਨਾਲ ਕੰਮ ਕੀਤਾ ਕਿਉਂਕਿ ਤਬੀਅਤ ਥੋੜੀ ਠੀਕ ਨਹੀਂ ਸੀਗੀ। ਫਿਰ ਮੈਂ ਘਰ ਆ ਗਈ ਕਿਉਂਕਿ ਕਈ ਵਾਰੀ ਬਹੁਤ ਜ਼ਿਆਦਾ ਗਰਮੀ ਹੁੰਦੀ ਆ, ਕਈ ਵਾਰੀ ਇਦਾਂ ਆ ਕਿ ਸਾਹ ਹੀ ਨਹੀਂ ਆਉਂਦਾ ਪਿਆ, ਭੁੱਖ ਲੱਗ ਗਈ ਹੈ ਜਾਂ ਬਹੁਤ ਜ਼ਿਆਦਾ ਪਿਆਸ ਆ, ਪਾਣੀ ਮਿਲ ਨਹੀਂ ਰਿਹਾ ਕਿਤੇੋਂ, ਜਾਂ ਘਰ ਦੇ ਨਜ਼ਦੀਕ ਹੈਗੇ ਆ, ਫਿਰ ਸੋਚੀਦਾ ਚਲੋ ਘਰ ਮਿਲ ਲੈਂਦੇ ਆ ਬੇਟੇ ਨੂੰ, ਕੋਈ ਉਹਨੂੰ ਚੀਜ਼ ਤਾਂ ਨਹੀਂ ਚਾਹੀਦੀ ਆ। ਫਿਰ ਉਦੋਂ ਆਪਾਂ ਆਈਡੀ ਬੰਦ ਕਰ ਦਿੱਤੀ ਆ, ਘਰ ਚਲੇ ਜਾਈਦਾ। ਫਿਰ ਸ਼ਾਮ ਨੂੰ ਜਦੋਂ ਦੇਖਿਆ ਕਿ ਧੁੱਪ ਹੁਣ ਨਹੀਂ ਹੈਗੀ, ਮੌਸਮ ਥੋੜਾ ਅੱਛਾ ਹੋ ਗਿਆ, ਫਿਰ ਮੈਂ ਉਹਨੂੰ ਨਾਲ ਲੈ ਕੇ ਕੰਮ ਕਰ ਲੈਂਦੀ ਆ। ਤੇ ਲੇਟ ਨਾਈਟ ਜਦੋਂ ਕੰਮ ਕਰਦੇ ਹੋ ਫਿਰ ਦਿੱਕਤਾਂ ਵੀ ਆਉਂਦੀਆਂ ਹੋਣਗੀਆਂ? ਮੈਂ ਹੁਣ ਜ਼ਿਆਦਾ ਲੇਟ ਨਾਈਟ ਕੰਮ ਨਹੀਂ ਕਰਦੀ। ਪਹਿਲਾਂ ਸਾਡੀ ਡਿਊਟੀ ਹੁੰਦੀ ਸੀਗੀ 7 ਤੋਂ ਲੈ ਕੇ 10 ਵਜੇ ਤੱਕ ਸ਼ਾਮ ਦਾ ਜਿਹੜਾ ਟਾਈਮ ਸੀਗਾ, ਫਿਰ ਉਦੋਂ ਜ਼ਿਆਦਾ ਪ੍ਰੋਬਲਮ ਆਉਂਦੀ ਸੀ ਕਿਉਂਕਿ ਹਨੇਰਾ ਹੋ ਜਾਂਦਾ ਸੀ। ਥੋੜੇ ਦਿਨ ਪਹਿਲਾਂ ਵੀ ਮੈਂ ਰਾਤ ਨੂੰ ਕੰਮ ਕੀਤਾ ਤੇ ਮਤਲਬ ਇੰਨਾ ਜ਼ਿਆਦਾ ਉਸ ਗਲੀ ਦੇ ਵਿੱਚ ਹਨੇਰਾ ਸੀਗਾ, ਡਰ ਲੱਗ ਰਿਹਾ ਸੀਗਾ ਗਲੀ ਦੇ ਵਿੱਚ ਐਂਟਰ ਹੁੰਦੇ। ਤੇ ਮੈਂ ਕਸਟਮਰ ਨੂੰ ਫੋਨ ਕੀਤਾ ਤੇ ਕਸਟਮਰ 1 ਮਿੰਟ ਦੇ ਵਿੱਚ ਹੀ ਬਾਹਰ ਆ ਗਿਆ ਤੇ ਮੈਨੂੰ ਕਿਹਾ, ਮੈਂ ਕਿਹਾ ਸਰ ਬਿਲਕੁਲ ਲਾਈਟ ਵਗੈਰਾ ਕੁਝ ਨਹੀਂ ਹੈਗੀ, ਸਟਰੀਟ ਲਾਈਟਾਂ ਵੀ ਬੰਦ ਸੀ। ਕਹਿੰਦਾ ਪਤਾ ਨਹੀਂ ਮੈਮ ਕੀ ਹੋਇਆ। ਤੇ ਮੈਂ ਫਟਾਫਟ ਆਰਡਰ ਦਿੱਤਾ ਔਰ ਮੈਂ ਬਾਹਰ ਆ ਗਈ। ਆਪਾਂ ਹੈਗੀ ਵੀ ਮੈਂ ਸ਼ਹਿਰ 'ਚ ਸੀ, ਕੋਈ ਮੈਂ ਕਿਸੇ ਪਿੰਡ 'ਚ ਨਹੀਂ ਸੀ ਗਈ, ਪਰ ਬਾਕੀ ਮਤਲਬ ਜਗ੍ਹਾ ਤੇ ਇਦਾਂ ਹੁੰਦਾ, ਕਾਫੀ ਹਨੇਰਾ ਹੁੰਦਾ, ਡਰ ਵੀ ਲੱਗਦਾ। ਪਰ ਚਲੋ ਆਪਾਂ ਸ਼ਹਿਰ ਦੇ ਵਿੱਚ ਆ, ਇਦਾਂ ਡਰਨ ਵਾਲੀ ਤਾਂ ਗੱਲ ਕੋਈ ਹੈ ਨਹੀਂ ਜੀ। ਤੇ ਕਿੰਨੀਆਂ ਕਿ ਲੜਕੀਆਂ ਤੁਹਾਡੇ ਨਾਲ ਕੰਮ ਕਰਦੀਆਂ ਨੇ? ਫਿਲਹਾਲ ਤਾਂ ਹੁਣ ਕੋਈ ਵੀ ਨਹੀਂ ਹੈਗੀ, 1-2 ਆਈਆਂ ਸੀਗੀਆਂ ਤੇ ਉਹਨਾਂ ਦੀ ਆਪਣੀ ਆਪਣੀ ਪਤਾ ਨਹੀਂ ਕੀ ਪ੍ਰੋਬਲਮ ਸੀਗੀ ਤਾਂ ਚਲੀਆਂ ਗਈਆਂ। ਫਿਲਹਾਲ ਇਸ ਟਾਈਮ ਤਾਂ ਕੋਈ ਹੈ ਨਹੀਂ। ਹੁਣ ਪਤਾ ਲੱਗਿਆ ਕਿ ਕੁੜੀ ਆਈ ਹੈ, ਬਟ ਮੈਂ ਹਲੇ ਉਹ ਦੇਖੀ ਨਹੀਂ ਹੈਗੀ। ਪਤਾ ਨਹੀਂ ਹੁਣ ਕੰਮ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਹੈ, ਨਹੀਂ ਮੈਨੂੰ ਪਤਾ, ਦੇਖਾਂਗੀ ਤਾਂ ਪਤਾ ਲੱਗੇਗਾ। ਤੇ ਜ਼ਿੰਦਗੀ ਵਿੱਚ ਕੋਈ ਡੀਮੋਟੀਵੇਟ ਕਰਨ ਵਾਲਾ ਇਨਸਾਨ ਮਿਲਿਆ? ਹਾਂ, ਇੱਕ ਲੇਡੀ ਮਿਲੀ ਸੀਗੀ ਜਿਹਨੇ, ਨਹੀਂ ਇੱਦਾਂ ਦਾ ਚਲੋ ਕੀ ਉਹਨੇ ਮੈਨੂੰ ਕਹਿਣਾ ਆ, ਜਿਹਦੇ ਕਰਕੇ ਅੱਜ ਮੈਂ ਇਸ ਰੋਡ ਦੇ ਉੱਤੇ ਖੜੀ ਹਾਂ, ਮੈਂ ਕੰਮ ਕਰ ਰਹੀ ਹਾਂ, ਮੈਂ ਧੱਕੇ ਖਾ ਰਹੀ ਹਾਂ। ਮਤਲਬ ਮੈਂ ਇਹ ਸੋਚਦੀ ਹਾਂ ਕਿ ਇੱਕ ਲੇਡੀ ਦੂਜੀ ਲੇਡੀ ਦਾ ਕਿੱਦਾਂ ਘਰ ਖਰਾਬ ਕਰਦੀ ਨਾ। ਮੇਰੀ ਲਾਈਫ ਦੇ ਵਿੱਚ ਇੱਕ ਲੇਡੀ ਇੱਦਾਂ ਦੀ ਆਈ ਜਿਹਨੇ ਮੇਰੇ ਪੂਰੀ ਜ਼ਿੰਦਗੀ ਤਬਾਹ ਕਰ ਦਿੱਤੀ। ਮੇਰੇ ਹਸਬੈਂਡ ਨੂੰ ਪਤਾ ਨਹੀਂ ਉਹਨੇ ਕੀ ਕਿਹਾ, ਆਪਣੇ ਬੱਸ 'ਚ ਕੀਤਾ, ਰੱਬ ਜਾਣੇ, ਮੈਂ ਨਹੀਂ ਇਹਨਾਂ ਚੀਜ਼ਾਂ ਨੂੰ ਮੰਨਦੀ, ਪਰ ਜਿੱਦਾਂ ਇਹ ਕਈ ਚੀਜ਼ਾਂ ਹੁੰਦੀਆਂ ਵੀ ਆ, ਮਤਲਬ ਉਹਨੇ ਇੰਨਾ ਕਿ ਨੈਗੇਟਿਵਿਟੀ ਮੇਰੇ ਘਰ ਵਾਲੇ ਦੇ ਅੰਦਰ ਪਾਤੀ। ਉਹ ਅੱਜ ਮੇਰੇ ਨਾਲ ਨਹੀਂ ਰਹਿ ਰਿਹਾ। ਖਰੇ ਰਹਿ ਰਹੇ? ਹਾਂ, ਅਸੀਂ 3 ਸਾਲ 2.5 ਸਾਲ ਤੋਂ ਉੱਪਰ ਹੋ ਗਏ ਆ। ਮੈਂ ਤੇ ਮੇਰਾ ਹਸਬੈਂਡ ਬਿਲਕੁਲ ਟੱਚ 'ਚ ਵੀ ਨਹੀਂ ਹੈਗੇ, ਹੁਣ ਤਾਂ ਬਿਲਕੁਲ ਟੱਚ 'ਚ ਹੈ ਹੀ ਨਹੀਂ। ਤੇ ਉਹਨੇ ਮੇਰੇ ਬੇਟੇ ਦਾ ਕਦੀ ਹਾਲ ਚਾਲ ਵੀ ਨਹੀਂ ਪੁੱਛਿਆ, ਉਹਨੂੰ ਕੁਝ ਖਾਣ ਨੂੰ ਚਾਹੀਦਾ ਜਾਂ ਉਹਨੂੰ ਕੁਝ ਚਾਹੀਦਾ, ਇੱਦਾਂ ਕਦੀ ਨਹੀਂ ਉਹ ਪੁੱਛਦਾ। ਤੇ ਉਹ ਜਿੰਨੀ ਕਮਾਈ ਕਰਦਾ ਆ ਉਹ ਸਿਰਫ ਉਹਨੂੰ ਹੀ ਦੇ ਰਿਹਾ ਆ, ਉਹਦੀ ਫੈਮਿਲੀ ਨੂੰ ਪਾਲ ਰਿਹਾ ਆ, ਉਹਦੇ ਬੱਚਿਆਂ ਨੂੰ ਦੇ ਰਿਹਾ ਆ। ਤੇ ਜੇ ਇਹ ਚੀਜ਼ ਅਸੀਂ ਕਹਿੰਦੇ ਆ ਤਾਂ ਫਿਰ ਸਾਨੂੰ ਗਾਲੀ ਗਲੋਚ ਕੀਤੀ ਜਾਂਦੀ ਆ। ਮੇਰੇ ਔਨ ਰੋਡ ਕਈ ਵਾਰੀ ਐਕਸੀਡੈਂਟ ਕਰਵਾਏ ਗਿਆ, ਰੀਸੈਂਟਲੀ ਮੈਂ ਤੁਹਾਨੂੰ ਦਿਖਾਈ ਰਹੀ ਹਾਂ, ਸੱਟਾਂ ਹੋਰ ਵੀ ਕਈ ਅੰਦਰੂਨੀ ਲੱਗੀਆਂ ਹੋਈਆਂ, ਚਲੋ ਨਹੀਂ ਦਿਖਾਈਆਂ ਜਾ ਸਕਦੀਆਂ। ਮਤਲਬ ਜੇ ਮੈਂ ਹੁਣ ਇੱਕ ਸਾਈਡ ਤੇ ਹੋ ਕੇ ਆਪਣੇ ਬੇਟੇ ਨੂੰ ਪਾਲ ਰਹੀ ਹਾਂ, ਕੰਮ ਕਰ ਰਹੀ ਹਾਂ, ਤੇ ਮੇਰੇ ਖਿਆਲ ਨਾਲ ਕਿਸੇ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਹੈ ਨਾ। ਤੇ ਮੈਨੂੰ ਨਹੀਂ ਲੱਗਦਾ ਕਿ ਇੱਦਾਂ ਦੇ ਦੁਨੀਆ 'ਤੇ ਇਨਸਾਨ ਹੁੰਦੇ, ਮੈਂ ਦੇਖੇ ਆ ਤੇ ਮੈਨੂੰ ਬੜੀ ਤਕਲੀਫ ਹੁੰਦੀ ਹੈ ਕਿ ਮੇਰੇ ਬੱਚੇ ਦਾ ਭਵਿੱਖ ਖਰਾਬ ਕੀਤਾ ਜਾ ਰਿਹਾ। ਮੈਂ ਸਵਾਰਨ ਤੇ ਹੋਈ ਆ, ਉਹ ਖਰਾਬ ਕਰਨ ਤੇ ਹੋਏ ਆ। ਹੁਣ ਤਾਂ ਇੱਦਾਂ ਦਾ ਟਾਈਮ ਆ ਗਿਆ ਕਿ ਮੇਰੇ ਹਸਬੈਂਡ ਨੂੰ ਇੰਨਾ ਕੁ ਪੰਪ ਕਰ ਦਿੱਤਾ, ਮੇਰੇ ਹਸਬੈਂਡ ਨੇ ਮੈਨੂੰ ਡਿਵੋਰਸ ਦੇ ਪੇਪਰ ਵੀ ਦੇ ਦਿੱਤੇ ਹੋਏ ਆ। ਪਰ ਆ 16 ਤਰੀਕ ਨੂੰ ਮੇਰੇ ਪਹਿਲੀ ਹੀਅਰਿੰਗ ਹੈਗੀ ਆ, ਮੈਂ ਕੋਰਟ ਵਿੱਚ ਜਾਣਾ ਆ। ਹੁਣ ਉੱਥੇ ਜਾ ਕੇ ਕੀ ਹੋਣਾ ਕੀ ਨਹੀਂ ਹੋਣਾ ਉਹ ਮੈਨੂੰ ਨਹੀਂ ਪਤਾ, ਪਰ ਮੈਂ ਚਾਹੁੰਦੀ ਜੋ ਵੀ ਹੋਵੇ ਪੋਜ਼ਿਟਿਵ ਹੋਵੇ, ਮੇਰੇ ਬੇਟੇ ਦਾ ਭਵਿੱਖ ਨਾ ਖਰਾਬ ਹੋਵੇ। ਬੱਚਾ ਤੁਹਾਡਾ ਛੋਟਾ ਵਾ, ਤੁਸੀਂ ਇੰਨੀ ਮਿਹਨਤ ਕਰ ਰਹੇ ਹੋ, ਕਦੀ ਹਸਬੈਂਡ ਨੇ ਆ ਕੇ ਪੁੱਛਿਆ ਨਹੀਂ ਕਿ ਤੁਸੀਂ ਕਿੱਦਾਂ ਪਰਿਵਾਰ ਦਾ ਗੁਜ਼ਾਰਾ ਕਰਦੇ ਹੋ? ਕਿਉਂਕਿ ਬੱਚੇ ਦੀ ਪੜ੍ਹਾਈ ਹੈ, ਤੁਹਾਡਾ ਫਿਊਚਰ ਹੈ, ਬੱਚੇ ਦਾ ਫਿਊਚਰ ਹੈ। ਮੈਨੂੰ ਕਦੀ ਫੋਨ ਹੀ ਨਹੀਂ ਆਇਆ ਉਹਦਾ ਇਸ ਕੰਮ ਲਈ ਖਾਸ ਕਰਕੇ। ਈਵਨ ਕਿ ਉਹ ਮੇਰੇ ਬੇਟੇ ਨੂੰ ਵੀ ਨਹੀਂ ਪੁੱਛਦਾ ਹੈਗਾ। 6 ਮਹੀਨੇ ਹੋ ਗਏ ਆ, ਮੇਰੇ ਬੇਟੇ ਨਾਲ ਕੋਈ ਕੰਟੈਕਟ ਨਹੀਂ ਉਹ ਕਰ ਰਿਹਾ ਹੈਗਾ। ਮੇਰੇ ਬੇਟੇ ਨੂੰ ਕੀ ਖਾਣ ਨੂੰ ਚਾਹੀਦਾ, ਕੀ ਪੀਣ ਨੂੰ ਚਾਹੀਦਾ। PTM ਆਈ ਆ, ਮੇਰੇ ਬੇਟੇ ਦਾ ਰਿਜ਼ਲਟ ਆਇਆ। ਇੱਕ ਰਿਜ਼ਲਟ ਜਦੋਂ ਹੁੰਦਾ ਪੂਰੇ ਸਾਲ ਦੀ ਆਪਾਂ ਮਿਹਨਤ ਹੁੰਦੀ ਆ, ਆਪਾਂ ਜਾਣਾ ਹੁੰਦਾ PTM ਦੇ ਉੱਤੇ, ਤੇ ਮੇਰੇ ਹਸਬੈਂਡ ਨੇ ਮੈਨੂੰ ਹਾਲੇ ਤੱਕ ਨਹੀਂ ਪੁੱਛਿਆ ਕਿ ਉਹਦਾ ਜਿਹੜਾ ਰਿਜ਼ਲਟ ਸੀ ਇਸ ਸਾਲ ਦਾ ਉਹ ਕੀ ਆਇਆ, ਉਹਦੇ ਕਿੰਨੇ % ਮਾਰਕਸ ਆਏ ਆ। ਉਹਨੇ ਹੁਣ ਨਵੀਂ, ਮਤਲਬ ਤੁਹਾਨੂੰ ਪਤਾ ਕਰੋਨਾ ਕਰਕੇ ਸਕੂਲ ਬੰਦ ਸੀਗੇ, ਹੁਣ ਸਕੂਲ ਖੁੱਲ੍ਹੇ ਆ। A to Z ਸਾਨੂੰ ਖਰਚਾ ਕਰਨਾ ਪੈ ਰਿਹਾ, ਸਕੂਲਾਂ ਦੀਆਂ ਫੀਸਾਂ ਦੇਣੀਆਂ, ਕਿਉਂਕਿ ਪਿਛਲੇ ਸਾਲ ਸਕੂਲ ਬੰਦ ਸੀ, ਨਾ ਫੀਸ ਦੇਣੀ ਸੀ ਚੱਜ, ਨਾ ਕੋਈ ਬੱਸ ਦਾ ਕਿਰਾਇਆ ਦੇਣਾ ਸੀਗਾ। ਸਿਰਫ ਇੱਕ ਟਿਊਸ਼ਨ ਫੀਸ ਅਸੀਂ ਪੇ ਕਰਨੀ ਸੀ। ਘਰ ਬੈਠੇ ਬੱਚਿਆਂ ਨੇ ਪੜ੍ਹਨਾ ਸੀ, ਆਨਲਾਈਨ ਕਲਾਸਾਂ ਚੱਲ ਰਹੀਆਂ ਸੀ। ਹੁਣ ਤਾਂ ਸਾਰਾ ਕੁਝ ਮੈਨੇਜ ਕਰਨਾ ਪੈ ਰਿਹਾ। ਉਹਨੇ ਮੈਨੂੰ ਇੱਕ ਵਾਰੀ ਨਹੀਂ ਕਦੀ ਪੁੱਛਿਆ ਕਿ ਤੂੰ ਇਹਦੀ ਫੀਸ ਕਿੱਦਾਂ ਕੱਢ ਰਹੀ ਆ ਜਾਂ ਇਹਨੂੰ ਕੁਝ ਚਾਹੀਦਾ ਤਾਂ ਨਹੀਂ ਆ, ਮੈਂ ਤੇਰੀ ਹੈਲਪ ਕਰਾਂ। ਮੈਨੂੰ ਕਦੀ ਉਹਦੀ ਹੈਲਪ ਲਈ ਫੋਨ ਆਇਆ ਹੀ ਨਹੀਂ ਹੈ। ਤੇ ਬੱਚਾ ਨਹੀਂ ਕਹਿੰਦਾ ਕਿ ਮੈਂ ਆਪਣੇ ਪਾਪਾ ਕੋਲ ਜਾਣਾ? ਉਹ ਇਹ ਚੀਜ਼ ਕਹਿੰਦਾ ਤਾਂ ਹੈ, ਬਟ
ਉਹ ਇਹ ਵੀ ਕਹਿੰਦਾ ਹੈ ਕਿ ਮੰਮਾ ਪਾਪਾ ਨੂੰ ਪਤਾ ਨਹੀਂ ਕੀ ਹੋਇਆ ਆ, ਪਾਪਾ ਸਾਡਾ ਧਿਆਨ ਹੀ ਨਹੀਂ ਰੱਖਦੇ, ਸਾਡਾ ਖਿਆਲ ਹੀ ਨਹੀਂ ਰੱਖਦੇ। ਉਹਨੂੰ ਬੱਚੇ ਪੁੱਛਦੇ ਆ ਕਿ ਸਾਡੇ ਪਾਪਾ ਰੋਜ਼ ਸ਼ਾਮ ਨੂੰ ਘਰ ਆਉਂਦੇ ਕੰਮ ਤੋਂ, ਸਾਡੇ ਨਾਲ ਸੌਂਦੇ ਆ, ਖੇਡਦੇ ਆ, ਤੇਰੇ ਪਾਪਾ ਕਿਉਂ ਨਹੀਂ ਆਉਂਦੇ? ਫਿਰ ਉਹ ਚੁੱਪ ਕਰ ਜਾਂਦਾ। ਉਹ ਫਿਰ ਆਣ ਕੇ ਮੈਨੂੰ ਸਵਾਲ ਕਰਦਾ ਕਿ ਮੰਮਾ ਲੋਕਾਂ ਦੇ ਸਾਰਿਆਂ ਦੇ ਪਾਪਾ ਘਰ ਆਉਂਦੇ, ਮੇਰੇ ਪਾਪਾ ਕਿਉਂ ਨਹੀਂ ਆਉਂਦੇ? ਮੈਂ ਕਿਹਾ ਪਤਾ ਨਹੀਂ, ਤੇਰੇ ਪਾਪਾ ਥੋੜੇ ਬਿਮਾਰ ਹੈਗੇ, ਜਦੋਂ ਠੀਕ ਹੋ ਜਾਣਗੇ ਆਪੇ ਘਰ ਆ ਜਾਣਗੇ। ਕੀ ਕਹਿ ਸਕਦੇ, ਬੱਚਾ ਆ ਹੁਣ, ਉਹਦੇ ਜ਼ਿਆਦਾ ਦਿਮਾਗ 'ਚ ਵੀ ਗੱਲਾਂ ਨਹੀਂ ਪਾਈਆਂ ਜਾ ਸਕਦੀਆਂ। ਉਹਦੀ ਲਾਈਫ ਡਿਸਟਰਬ ਹੋਏਗੀ, ਉਹਦੀ ਪੜ੍ਹਾਈ ਡਿਸਟਰਬ ਹੋਏਗੀ। ਤੇ ਮੈਂ ਨਹੀਂ ਚਾਹੁੰਦੀ ਕਿ ਜੇ ਮੈਂ ਇੰਨੀਆਂ ਤੰਗੀਆਂ ਕੱਟ ਕੇ ਉਹਦੀਆਂ ਫੀਸਾਂ ਭਰ ਰਹੀ ਹਾਂ ਤੇ ਉਹਦੀ ਪੜ੍ਹਾਈ 'ਚ ਕੋਈ ਕਮੀ ਆਵੇ। ਮੇਰੇ ਤੋਂ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਮੈਂ ਕਰ ਰਹੀ ਹਾਂ ਜੀ। ਤੇ ਕੀ ਸੁਪਨਾ ਹੈ ਕਿ ਤੁਹਾਡਾ ਬੇਟਾ ਵੱਡਾ ਹੋ ਕੇ ਬਣੇ? ਮੇਰਾ ਬੇਟਾ ਨਾ ਵੱਡਾ ਹੋ ਕੇ ਬਹੁਤ ਵੱਡਾ ਇਨਸਾਨ ਬਣੇ, ਜਿਹਨੂੰ ਕਿਸੇ ਚੀਜ਼ ਦੀ ਕੋਈ ਕਮੀ ਨਾ ਹੋਵੇ। ਉਹਦੇ ਕੋਲ ਪੈਸਾ ਹੋਵੇ, ਉਹਦੇ ਕੋਲ ਆਪਣੀ ਗੱਡੀ ਹੋਵੇ, ਆਪਣਾ ਘਰ ਹੋਵੇ, ਉਹਨੂੰ ਕਦੀ ਕਦੀ ਇੱਦਾਂ ਕਿਸੇ ਦਾ ਪਤਾ ਲੱਗੇ ਕਿ ਕੋਈ ਫੈਮਿਲੀ ਪ੍ਰੋਬਲਮ 'ਚ ਆ ਤੇ ਉਹ ਮਤਲਬ ਉਹਨਾਂ ਦੇ ਬੱਚਿਆਂ ਨੂੰ ਪੜ੍ਹਾ ਸਕੇ। ਮੈਨੂੰ ਇੱਕ ਵਾਰੀ ਉਹਨੇ ਬੜੀ ਵਧੀਆ ਗੱਲ ਕਹੀ ਸੀ, ਕਿਉਂਕਿ ਜਿਹੜੇ ਮੇਰੇ ਬੇਟੇ ਦੇ ਨਾਲ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਆ, ਕੁਝ ਪੇਰੈਂਟਸ ਮੇਰੇ ਨਾਲ ਟੱਚ 'ਚ ਹੈਗੇ, ਸਾਡਾ ਗਰੁੱਪ ਬਣਿਆ ਹੋਇਆ, ਅਸੀਂ ਕੰਮ ਡਿਸਕਸ਼ਨ ਕਰ ਲਈਦੀ ਆ। ਤੇ ਮੈਂ ਉਹਨੂੰ ਇਹ ਦੱਸਿਆ ਸੀ, ਕਿਉਂਕਿ ਮੈਂ ਜਦੋਂ ਮੈਨੂੰ ਕੋਈ ਹੈਲਪ ਕਰਦਾ ਸੀ ਤੇ ਮੈਂ ਉਹਨੂੰ ਦੱਸਦੀ ਹੁੰਦੀ ਸੀ ਕਿ ਬੇਟੇ ਆ ਪੇਰੈਂਟਸ ਨੇ ਤੇਰੀ ਹੈਲਪ ਕੀਤੀ, ਆ ਬੱਚੇ ਦੀ ਮੰਮਾ ਨੇ ਮੈਨੂੰ ਪੈਸੇ ਭੇਜੇ, ਕਿਉਂਕਿ ਲੋਕਡਾਊਨ 'ਚ ਬੜਾ ਇਦਾਂ ਹੋਇਆ ਸੀ ਮੇਰੇ ਨਾਲ। ਤੇ ਮੈਨੂੰ ਉਹਨੇ ਇੱਕ ਵਾਰੀ ਬੜੀ ਵਧੀਆ, ਮੰਮਾ ਜਦੋਂ ਨਾ ਮੈਂ ਵੱਡਾ ਹੋ ਜਾਵਾਂਗਾ ਤੇ ਮੈਂ ਜਿੰਨੇ ਨੇ ਮੈਨੂੰ ਪੈਸੇ ਦਿੱਤੇ ਆ ਨਾ ਮੇਰੀ ਸਟੱਡੀ ਵਾਸਤੇ, ਮੈਂ ਸਾਰਿਆਂ ਨੂੰ ਵਾਪਸ ਕਰਾਂਗਾ। ਮੈਂ ਕਿਹਾ ਵਾਪਸ ਨਹੀਂ ਕਰਨੇ, ਆਪਾਂ ਵੀ ਇਦਾਂ ਹੈਲਪ ਕਰਨੀ ਆ, ਬਸ ਤੂੰ ਇਦਾਂ ਦਾ ਬਣ ਜਾ, ਤੂੰ ਤੇਰੇ ਤੇ ਇਦਾਂ ਦਾ ਮਤਲਬ ਜੋ ਤੇਰੇ ਪਿਓ ਨੇ ਤੇਰੇ ਸਾਡੇ ਨਾਲ ਕੀਤਾ ਨਾ, ਉਹ ਸਾਡੀ ਲਾਈਫ 'ਚ ਕਦੀ ਨਹੀਂ ਇਦਾਂ ਦਾ ਹੋਣਾ ਚਾਹੀਦਾ। ਮਤਲਬ ਮੇਰੇ ਬੇਟੇ ਤੇ ਉਹ ਚੀਜ਼ਾਂ ਕਦੀ ਨਾ ਪ੍ਰਭਾਵਿਤ ਕਰਨ। ਮੈਂ ਕਹਿੰਦੀ ਉਹ ਇੱਕ ਅੱਛਾ ਇਨਸਾਨ ਹੀ ਬਣੇ। ਜੀ। ਤੇ ਪਹਿਲਾਂ ਤੁਸੀਂ ਕੀ ਕੰਮ ਕਰਦੇ ਸੀ? ਪਹਿਲਾਂ ਮੈਂ ਵੈਬ ਡਿਜ਼ਾਈਨਰ ਸੀਗੀ। ਅੱਛਾ, ਵੈਬ ਡਿਜ਼ਾਈਨਰ ਤੋਂ ਇੱਕਦਮ ਵੱਖਰੀ ਫੀਲਡ। ਸਾਰੇ ਬੜੇ ਹੈਰਾਨ ਹੁੰਦੇ ਕਿ ਮੈਂ ਇੱਕ ਵੈਬ ਡਿਜ਼ਾਈਨਰ ਆ, ਔਰ ਮੈਂ ਹੁਣ ਬਿਲਕੁਲ ਉਲਟ ਫੀਲਡ ਦੇ ਵਿੱਚ ਚਲੀ ਗਈ ਹੋਈ ਹਾਂ। ਪਹਿਲਾਂ ਮੈਂ ਬੈਠ ਕੇ ਏਸੀ ਦੇ ਨੀਚੇ ਵੈਬਸਾਈਟ ਬਣਾਉਂਦੀ ਸੀ, ਡਿਜ਼ਾਈਨਿੰਗ ਕਰਦੀ ਸੀ, ਸਾਰੀਆਂ ਚੀਜ਼ਾਂ ਫਲਾਇਰ ਵਗੈਰਾ ਬਣਾਉਂਦੀ ਸੀ। ਤੇ ਹੁਣ ਮੈਂ ਔਨ ਰੋਡ, ਕਦੀ ਬਾਰਿਸ਼ ਆ ਰਹੀ ਹੈ, ਕਦੀ ਧੁੱਪ ਪੈ ਰਹੀ ਹੈ, ਤੇ ਹੁਣ ਮੈਂ ਡਿਲੀਵਰੀ ਕਰ ਰਹੀ ਹਾਂ। ਤੇ ਕਦੇ ਸੋਚਿਆ ਨਹੀਂ ਕਿ ਉਸੇ ਫੀਲਡ ਨੂੰ ਦੁਬਾਰਾ ਬਣਾਇਆ ਜਾਵੇ ਜਿਸ ਫੀਲਡ ਦੇ ਵਿੱਚ ਤੁਸੀਂ ਕੰਮ ਕਰਦੇ ਸੀ? ਉਸ ਫੀਲਡ ਦੇ ਵਿੱਚ ਨਾ ਟੈਕਨੀਕ ਬੜੀਆਂ ਆਉਂਦੀਆਂ ਰਹਿੰਦੀਆਂ, ਡੇ ਬਾਏ ਡੇ ਕੁਛ ਨਾ ਕੁਛ ਹੁੰਦਾ ਰਹਿੰਦਾ। ਤੇ ਜੇ ਆਪਾਂ ਟੈਕਨੀਕ ਦੇ ਨਾਲ ਹੈ ਹੀ ਨਹੀਂ ਆ, ਜੁੜੇ ਹੀ ਨਹੀਂ ਆ, ਤਾਂ ਫਿਰ ਉਹ ਥੋੜੀ ਪ੍ਰੋਬਲਮ ਆਉਂਦੀ ਹੈ। ਮੈਨੂੰ ਇਸ ਕੰਮ ਦੇ ਵਿੱਚ ਜ਼ਿਆਦਾ ਖੁਸ਼ੀ ਹੈ, ਠੀਕ ਹੈ, ਕਿਉਂਕਿ ਉਸ ਵਿੱਚ ਇਹ ਹੈ ਕਿ ਮੈਨੂੰ ਫਿਰ ਇੱਕ ਜੌਬ ਮੇਰੀ ਵੱਜ ਜਾਣੀ ਆ ਕਿ ਮੈਂ 10 ਘੰਟੇ ਉੱਥੇ ਡਿਊਟੀ ਕਰਨੀ ਆ, ਮੈਂ ਘਰ ਨਹੀਂ ਆ ਸਕਦੀ, ਮੈਂ ਫੋਨ ਤੇ ਜ਼ਿਆਦਾ ਗੱਲ ਨਹੀਂ ਕਰ ਸਕਦੀ। ਇੱਥੇ ਮੈਂ ਜਦੋਂ ਆਪਣੇ ਬੇਟੇ ਨੂੰ ਮਰਜ਼ੀ ਫੋਨ ਕਰ ਲਵਾਂ, ਉਹਨੂੰ ਕਈ ਵਾਰੀ ਭੁੱਖ ਲੱਗਦੀ ਹੈ, ਘਰ ਮੰਮਾ ਨਹੀਂ ਮੇਰੇ ਠੀਕ ਹੁੰਦੇ, ਤੇ ਮੈਨੂੰ ਫੋਨ ਤੇ ਕਹਿੰਦਾ ਕਿ ਮੰਮਾ ਮੈਂ ਕੁਝ ਖਾਣਾ ਆ ਜਾਂ ਮੈਨੂੰ ਕੁਝ ਪ੍ਰੋਵਾਈਡ ਕਰ ਦਿਓ। ਤੇ ਮੈਨੂੰ ਲੱਗਦਾ ਕਿ ਮੈਂ ਜਦੋਂ ਲਾਗੇ ਆ ਗਈ ਘਰ ਦੇ ਤੇ ਮੈਂ ਉਹਨੂੰ ਕੁਝ ਨਾ ਕੁਝ ਲਿਆ ਕੇ ਦੇ ਦਿੰਦੀ ਆ। ਜੀ। ਤੇ ਫ੍ਰੀਲੀ ਜੌਬ ਜੀ ਹੈਗੀ, ਇਸ ਲਈ ਮੈਨੂੰ ਵਧੀਆ ਲੱਗਦਾ ਆ। ਤੇ ਹੁਣ ਤੁਹਾਡੇ ਭਵਿੱਖ ਦੇ ਸੁਪਨੇ ਕੀ ਨੇ? ਮੇਰਾ ਬੇਟਾ ਵੱਡਾ ਹੋ ਕੇ ਕੁਝ ਵਧੀਆ ਇਨਸਾਨ ਬਣ ਜਾਏ, ਬਸ ਇਹੀ ਆ। ਆਪਣੀ ਲਾਈਫ ਤਾਂ ਚਲੋ ਜੋ ਹੈਗੀ ਆ ਨਿਕਲ ਹੀ ਗਈ ਆ, ਤਾਂ ਨਹੀਂ ਕੋਈ ਜ਼ਿੰਦਗੀ ਤੋਂ ਨਹੀਂ, ਬਟ ਜੇ ਉਹਦੀ ਲਾਈਫ ਨਾਲ ਕੁਝ ਹੋਏਗਾ ਫਿਰ ਮੈਨੂੰ ਸਾਰਿਆਂ ਦੇ ਨਾਲ ਗਿੱਲਾ ਹੋਏਗਾ। ਰੱਬ ਨਾਲ ਸਭ ਤੋਂ ਵੱਡਾ। ਬਸ ਮੈਂ ਇਹੀ ਕਹਿੰਦੀ ਹੁੰਦੀ ਆ ਕਿ ਅਸੀਂ ਕਦੀ ਕਿਸੇ ਦਾ ਮਾੜਾ ਨਹੀਂ ਸੀ ਸੋਚਿਆ, ਕਦੀ ਕਿਸੇ ਨਾਲ ਬੁਰਾ ਨਹੀਂ ਕੀਤਾ। ਮੈਂ ਇਦਾਂ ਦੀ ਹੈਗੀ ਇਨਸਾਨ ਕਿ ਮੇਰੇ ਸਾਹਮਣੇ ਕੋਈ ਰੋ ਕੇ ਨਾ ਕਹਿ ਦੇਵੇ ਕਿ ਮੈਨੂੰ ਪੈਸੇ ਚਾਹੀਦੇ ਆ, ਮੈਂ ਬਿਨਾਂ ਪੁੱਛੇ ਉਹਨੂੰ ਪੈਸੇ ਵੀ ਦੇ ਦੇਵਾਂਗੀ, ਵੀ ਲੈ ਭਾਈ ਤੂੰ ਪੈਸੇ ਲੈ ਲਾ ਤੇ ਤੂੰ ਆਪਣਾ ਘਰ ਖੁਸ਼ ਰਹਿ। ਤੇ ਮੈਂ ਇਹ ਸੋਚਦੀ ਹੁੰਦੀ ਕਿ ਮੈਂ ਇਦਾਂ ਦਾ ਕੀ ਮਾੜਾ ਕਰਮ ਕੀਤਾ ਸੀ ਜੋ ਮੈਨੂੰ ਇਹਨੇ ਧੱਕੇ ਖਾਣੇ ਪੈ ਰਹੇ ਆ। ਪਰ ਸੋਚਦੀ ਹਾਂ ਕਈ ਵਾਰੀ ਆਪਣੇ ਤੋਂ ਬੁਰੇ ਹਾਲਾਤਾਂ ਵਾਲੇ ਇਨਸਾਨਾਂ ਨੂੰ ਦੇਖਦੀ ਹਾਂ ਨਾ, ਫਿਰ ਸੋਚਦੀ ਨਹੀਂ ਯਾਰ ਇੱਕ ਟਾਈਮ ਤਾਂ ਰੋਟੀ ਤਾਂ ਅਸੀਂ ਅੱਛੀ ਖਾ ਰਹੇ ਹਾਂ ਨਾ। ਕਈ ਲੋਕ ਇੱਦਾਂ ਦੇ ਹੈਗੇ ਜਿਨ੍ਹਾਂ ਨੂੰ ਰੋਟੀ ਵੀ ਨਹੀਂ ਮਿਲਦੀ ਹੈਗੀ, ਭੁੱਖੇ ਸੌਂਦੇ ਆ ਰੋਡ ਦੇ ਉੱਤੇ, ਘਰ ਵੀ ਨਹੀਂ ਹੈਗਾ। ਮੈਂ ਰੈਂਟ ਤੇ ਰਹਿ ਰਹੀ ਹਾਂ, ਭਾਵੇਂ ਮੇਰੇ ਕੋਲ ਛੱਤ ਤਾਂ ਹੈਗੀ ਆ ਨਾ, ਮੇਰੇ ਕੋਲ ਆਪਣਾ ਘਰ ਹੈਗਾ, ਚਲੋ ਠੀਕ ਆ, ਭਾਵੇਂ ਰੈਂਟ ਤੇ ਆ, ਖਾ ਰਹੇ ਆ, ਪੀ ਰਹੇ ਆ, ਜੇ ਕੋਈ ਚੀਜ਼ ਦਿਲ ਕਰਦਾ ਲੈ ਲਈਦੀ ਆ, ਸੋਚੀਦਾ ਨਹੀਂ ਆ। ਹੁਣ ਮੇਰੇ ਬੇਟੇ ਦਾ ਅਗਲੇ ਮਹੀਨੇ ਬਰਥਡੇ ਆ, ਉਹਨੇ ਮੈਨੂੰ ਹੁਣ ਪੰਪ ਕੀਤਾ ਹੋਇਆ ਕਿ ਮੰਮਾ ਮੈਂ ਨਾ ਸਾਈਕਲ ਲੈਣੀ ਆ। ਉਹਨੂੰ ਬਹੁਤ ਸ਼ੌਂਕ ਹੈ ਸਾਈਕਲ, ਉਹਦੇ ਕੋਲ ਹੈਗੀ ਆ, ਬਟ ਉਹਨੂੰ ਗੇਅਰਾਂ ਵਾਲੀ ਸਾਈਕਲ ਦਾ ਬਹੁਤ ਸ਼ੌਂਕ ਹੈ। ਤੇ ਮੈਂ ਉਹਨੂੰ ਕਿਹਾ, ਮੈਂ ਉਹਨੂੰ 2-3 ਚੀਜ਼ਾਂ ਦੱਸੀਆਂ, ਟਾਸਕ ਦਿੱਤੇ ਕਿ ਜੇ ਤੂੰ ਕੰਪਲੀਟ ਕਰ ਲੇਗਾ, ਮੈਂ ਮਿਹਨਤ ਕਰਾਂਗੀ, ਤੈਨੂੰ ਗੇਅਰਾਂ ਵਾਲੀ ਸਾਈਕਲ ਜ਼ਰੂਰ ਲੈ ਕੇ ਦੇਵਾਂਗੀ। ਕਿਉਂਕਿ ਉਹਨੇ ਕਦੀ ਇਹ ਵਾਲੀ ਗੱਲ ਆਪਣੇ ਪਾਪਾ ਨੂੰ ਨਹੀਂ ਕਹੀ ਸੀਗੀ। ਤੇ ਜਿਹੜੀਆਂ ਚੀਜ਼ਾਂ ਦੀ ਮੈਨੂੰ ਡਿਮਾਂਡਾਂ ਕਰ ਰਿਹਾ, ਮੈਂ ਪੂਰੀਆਂ ਕਰ ਰਹੀ, ਜਿੱਥੇ ਤੱਕ ਮੈਨੂੰ ਲੱਗਦਾ ਕਿ ਉਹਦੀ ਚੀਜ਼ ਲਈ ਇਹ ਅੱਛੀਆਂ ਹਨ। ਚਲੋ ਠੀਕ ਆ, ਸਾਈਕਲਿੰਗ ਕਰਨੀ ਅੱਛੀ ਗੱਲ ਆ, ਜੇ ਉਹਦੀ ਕੋਈ ਸਟੱਡੀ ਵਾਸਤੇ ਮੈਨੂੰ ਚੀਜ਼ ਲੈਣੀ ਪਵੇ ਉਹ ਮੈਂ ਲੈ ਕੇ ਦੇ ਸਕਦੀ ਹਾਂ। ਮੈਨੂੰ ਇਹ ਕਿਹਾ ਕਿ ਤੂੰ ਬਸ ਪੜ੍ਹਨਾ ਆ, ਹੋਰ ਕੁਝ ਨਹੀਂ ਕਰਨਾ। ਇੱਕ ਬੱਚਾ ਜਿਹੜੀਆਂ ਡਿਮਾਂਡਸ ਆਪਣੇ ਫਾਦਰ ਕੋ ਪਾਉਂਦਾ ਹੈ ਉਹ ਤੁਹਾਨੂੰ ਕਹਿੰਦਾ ਤੁਹਾਡਾ ਬੱਚਾ? ਹਾਂ, ਮੇਰਾ ਬੇਟਾ ਨਿੱਕੀ ਨਿੱਕੀ ਗੱਲ ਮੈਨੂੰ ਦੱਸਦਾ ਆ, ਮੇਰੇ ਕੰਨ ਦੇ ਵਿੱਚ, ਮੈਨੂੰ ਫੋਨ ਦੇ ਉੱਤੇ ਦੱਸਦਾ, ਜੇ ਘਰ 'ਚ ਕੁਝ ਹੁੰਦਾ ਆ ਤੇ ਹਰੇਕ ਗੱਲ ਉਹ ਮੈਨੂੰ ਦੱਸਦਾ, ਸ਼ੇਅਰ ਕਰਦਾ। ਕੁਝ ਆਪਣੀ ਨਾਨੀ ਨਾਲ ਸ਼ੇਅਰ ਕਰ ਲੈਂਦਾ, ਕੁਝ ਮੇਰੇ ਨਾਲ ਵੀ ਸ਼ੇਅਰ ਕਰ ਲੈਂਦਾ। ਭੁੱਖ ਲੱਗੀ ਆ, ਪਿਆਸ ਲੱਗੀ ਆ, ਕਦੀ ਮੰਮਾ ਆਈਸਕ੍ਰੀਮ ਖਾਣ ਨੂੰ ਦਿਲ ਕਰਦਾ, ਮੈਂ ਕਿਹਾ ਕੋਈ ਗੱਲ ਨਹੀਂ, ਪਿਓ ਨਹੀਂ ਹੈਗਾ ਸਿਰ ਤੇ ਫੇਰ ਕੀ ਹੋਇਆ। ਕਈ ਇੱਦਾਂ ਦੇ ਹੈਗੇ ਆ ਜਿਨ੍ਹਾਂ ਦੇ ਪਿਓ ਦੁਨੀਆ ਤੋਂ ਚਲੇ ਜਾਂਦੇ। ਚਲੋ ਆਪਾਂ ਤਾਂ ਇਹੀ ਸਮਝਿਆ ਵੀ ਸ਼ਾਇਦ ਮੈਂ ਹੀ ਉਹਨੂੰ ਪਾਲਣਾ ਸੀਗਾ, ਮੈਂ ਹੀ ਬੱਚਾ ਪੈਦਾ ਕੀਤਾ ਨਾ, ਕਿਉਂਕਿ ਪਿਓ
ਬੱਚੇ ਨੂੰ ਛੱਡ ਕੇ ਜਾ ਸਕਦਾ ਆ, ਜਿਹਨੇ ਪੈਦਾ ਕੀਤਾ ਹੁੰਦਾ ਨਾ, ਜਿਹਨੇ 10 ਮਹੀਨੇ, ਲੋਕ ਕਹਿੰਦੇ ਆ ਕਿ ਇਹਨੂੰ ਮੈਂ 9 ਮਹੀਨੇ ਆਪਣੇ ਢਿੱਡ 'ਚ ਰੱਖਿਆ। ਮੈਂ ਹਮੇਸ਼ਾ ਇਹ ਕਹਿੰਦੀ ਆ, ਲੋਕਾਂ ਨੇ 9 ਮਹੀਨੇ ਰੱਖਿਆ, ਮੈਂ 10 ਮਹੀਨੇ ਆਪਣੇ ਬੱਚੇ ਨੂੰ ਰੱਖਿਆ। 10 ਮਹੀਨੇ ਬਾਅਦ ਉਹਦੀ ਡਿਲੀਵਰੀ ਹੋਈ ਸੀਗੀ। ਜਿਹਨੂੰ ਮੈਂ 10 ਮਹੀਨੇ ਆਪਣੇ ਪੇਟ 'ਚ ਰੱਖਿਆ, ਮੈਂ ਉਹਨੂੰ ਧੱਕੇ ਤਾਂ ਨਹੀਂ ਨਾ ਖਿਲਾ ਸਕਦੀ। ਉਹਦੀਆਂ ਜਿੰਨੀਆਂ ਇੱਛਾਵਾਂ ਮੈਂ ਪੂਰੀਆਂ ਕਰ ਸਕਦੀ ਹਾਂ, ਮੈਂ ਜ਼ਰੂਰ ਕਰਾਂਗੀ। ਧੰਨਵਾਦ। ਸੋ ਸਾਡੇ ਨਾਲ ਰਿਤਿਕਾ ਮੌਜੂਦ ਸੀ। ਘਰ ਦੀਆਂ ਮਜਬੂਰੀਆਂ ਨੇ, ਹਾਲਾਤਾਂ ਨੇ ਉਹਨਾਂ ਨੂੰ ਜ਼ੋਮੈਟੋ ਦੇ ਵਿੱਚ ਕੰਮ ਕਰਨ ਨੂੰ ਮਜਬੂਰ ਕਰ ਦਿੱਤਾ। ਜ਼ੋਮੈਟੋ ਦੇ ਵਿੱਚ ਉਹਨਾਂ ਦੇ ਵੱਲੋਂ ਕੰਮ ਕਰਕੇ ਆਪਣੇ ਪਰਿਵਾਰ ਦਾ ਤੇ ਆਪਣਾ ਗੁਜ਼ਾਰਾ ਕੀਤਾ ਜਾ ਰਿਹਾ। ਇੱਕ ਮੋਟੀਵੇਸ਼ਨਲ ਕਹਾਣੀ ਤੁਹਾਡੇ ਅੱਗੇ ਜੋ ਕਿ ਪੇਸ਼ ਕੀਤੀ ਹੈ। ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਹੈ, ਤੁਸੀਂ ਆਪਣੀ ਰਾਏ ਸਾਡੇ ਕਮੈਂਟ ਬਾਕਸ ਵਿੱਚ ਸਾਨੂੰ ਲਿਖ ਕੇ ਭੇਜ ਸਕਦੇ ਹੋ। ਕੈਮਰਾ ਪਰਸਨ ਸੁਸ਼ੀਲ ਦੇ ਨਾਲ ਮੈਂ ਸਿਮਰਨ ਜਲੰਧਰ ਤੋਂ।